ਤੇ ਮੈਂ ਬਹੁਤ ਲੱਭੀ ਮਹੱਲੇ 'ਚ ਪਤਾ ਕੀਤਾ, ਆਪਣੇ ਘਰਾਂ 'ਚ ਪਤਾ ਕੀਤਾ, ਉਹਨਾਂ ਕਿ ਇੱਥੇ ਨਹੀਂ ਆਈ। ਉੱਥੇ ਮੈਂ ਨੁੱਕਰ ਤੇ ਗਈ ਚੌਂਕ 'ਚ, ਉੱਥੇ ਮੁੰਡਾ ਛੋਟਾ ਭੱਜਾ ਨਾ, ਆਂਟੀ ਤੇਰੀ ਬੱਚੀ ਨਾ ਇਰਫਾਨ ਦਾ ਨਾਮ ਮੁੰਡਾ ਉਹ ਲੈ ਗਿਆ। ਭਾਈ ਮੈਂ ਫਿਰ ਬੰਦ ਕਾਲ ਕੀਤੀ, ਬੰਦ ਕਾਲ ਕੇ ਪੁਲਿਸ ਨੂੰ ਬੁਲਾਇਆ ਸੀ, ਪੁਲਿਸ ਨੇ ਮੇਰੇ ਨਾਲ ਕੋਈ ਮਦਦ ਨਹੀਂ ਕੀਤੀ। ਉਹਨਾਂ ਪੁਲਿਸ ਨੂੰ ਕਿੰਨੇ ਪੈਸੇ ਦਿੱਤੇ? 80,000 ਦਿੱਤਾ ਮੈंने। ਤੇ ਮਨੀਸ਼ ਸਿਧਾਰਥ ਬੱਚੀ ਨੂੰ ਥਾਣੇ ਲੈ ਕੇ ਆਈ ਸੀ? ਹਾਂਜੀ, ਉਹਨਾਂ ਫਿਰ ਉਸ ਤੋਂ ਬਾਅਦ ਬੱਚੀ ਮੇਰੇ ਸਾਹਮਣੇ ਲਿਆਂਦੀ। ਤੇ ਭਾਈ ਮੈਂ ਜੋ ਵੇਖਿਆ ਮੇਰੀ ਬੱਚੀ ਰੋ ਰਹੀ ਮੇਰੇ ਨਾਲ ਵੇਖ ਕੇ, ਲੇਕਿन ਉਹਨਾਂ ਨਾਲ ਗਲਤ ਕੰਮ ਹੋ ਰਿਹਾ, तो मैं यही चाहती हूँ अपनी बच्ची मैंने वापस मिल जाए। अस्सलाम वालेकुम नाज़रीन, मैं हूं एडी मलक और मैं इस वक्त मौजूद हूं शादरा के इलाका में। मेरे साथ अनायत बीबी मौजूद हैं, जिनकी 10 मुहर्रम को ये अपने किसी काम के सिलसिले में बाहर गई होती हैं और इनकी तकरीबन 13 साल की बच्ची जो घर में रहती है और अपने घर बार को देखती है, और वो उसको कुछ लोग जो कि इनके अपने ही मोहल्ले के थे, उन्होंने वर्गलाया जिस्म फरोशी के लिए, और वो उसको अपनी बातों में वर्गला कर अपने साथ वो लेकर चले गए हैं। ये वो ख़तून इंसाफ के लिए दर बदर भटक रही है, जिसकी कहीं कोई सुनवाई नहीं हो रही। इसने पुलिस के साथ भी रब्ता किया, लेकिन पुलिस ने भी इसकी कोई सुनवाई नहीं की, ना इसकी कोई दाद रसी की। मज़ीद क्या इसकी कहानी है, कौन लोग हैं, वो ये इन्हीं की ज़ुबानी जानते हैं। अच्छा माँ जी, मुझे बताएं कि आप क्या काम करती हैं? मैं लोगों ने कम बर्तन धो के गुजारा करती हूँ। ਲੋਕਾਂ ਦੇ ਘਰਾਂ 'ਚ ਕੰਮ ਕਰਦੇ ਹੋ। ਤੇ ਮੈਨੂੰ ਤੁਸੀਂ ਦੱਸੋ ਕਿ ਤੁਹਾਡੀ ਬੇਟੀ ਜਿਹੜੀ ਹੈਗੀ ਆ, ਉਹਦੀ ਕਿੰਨੀ ਉਮਰ ਹੈ ਤੇ ਕੀ ਨਾਮ ਹੈਗਾ? उसका नाम महनाज और 13 नंबर की है। ਤੇ ਕੀ ਹੋਇਆ ਸੀ ਵਾਕਿਆ? भाई मैं बुखार हूँ, मैं दवाई लेने जा रही थी, दवाई लेके वापस मेरी बच्ची गायब हो गई थी। तो मैं बहुत लब्भी महल्ले 'ਚ पता किया, अपने घर 'ਚ पता किया, उन्होंने कि इत्थे नहीं आई। ਅੱਛਾ। फिर मैं इत्थे घर बाहर आके बह गई है, तो रात का टाइम 9 ਦਾ टाइम है। ਉੱਥੇ ਮੈਂ ਨੁੱਕਰ ਤੇ ਗਈ ਚੌਂਕ 'ਚ, ਉੱਥੇ ਮੁੰਡਾ ਛੋਟਾ ਭੱਜਾ ਨਾ, ਆਂਟੀ ਤੇਰੀ ਬੱਚੀ ਨਾ ਇਰਫਾਨ ਦਾ ਨਾਮ ਮੁੰਡਾ ਉਹ ਲੈ ਗਿਆ, ਬਾਂਹ ਪਕੜ ਕੇ ਲਈ ਜਾ ਰਿਹਾ ਸੀ। ਇਰਫਾਨ ਕੌਣ ਹੈਗਾ? ਇਰਫਾਨ ਮੁੰਡਾ ਜਿਹੜਾ ਬੱਚੀ ਨੂੰ ਗਵਾ ਕੇ ਗਿਆ। ਅੱਛਾ। ਹਾਂਜੀ, ਤੇ ਮੈਂ ਉਸਕੇ ਘਰ ਪਤਾ ਕਰਕੇ ਆਈ ਹਾਂ, ਦੱਸੋ ਉਹਨਾਂ ਕਾ ਕਿਸੇ ਨੂੰ ਬਤਾਏ ਘਰ ਉੱਥੇ ਗਿਆ ਦਾ, ਉੱਥੇ ਘਰ ਗਈ ਹੁੰਦੇ ਤਾਲੇ ਵੱਜੀ ਹੁੰਦੇ, ਘਰ ਕੋਈ ਜੀ ਨਹੀਂ ਆਇਆ ਸੀ, ਬੜਾ ਤਾਲੇ ਮੈਂ ਨੱਠ ਗਿਆ ਨੇ। ਭਾਈ ਮੈਂ ਫਿਰ ਬੰਦ ਕਾਲ ਕੀਤੀ, ਬੰਦ ਕਾਲ ਕੇ ਪੁਲਿਸ ਨੂੰ ਬੁਲਾਇਆ ਸੀ, ਪੁਲਿਸ ਨੇ ਮੇਰੇ ਨਾਲ ਕੋਈ ਮਦਦ ਨਹੀਂ ਕੀਤੀ। ਉਹਨਾਂ ਮੈਂ ਬੜਾ ਨੱਠੀ ਭੱਜੀ, ਮੈਂ ਥਾਣੇ ਜਾਂਦੀ ਰਹੀ, ਮੈਂ ਕਚਹਿਰੀਆਂ ਵੀ ਗਈ ਹਾਂ, ਮੈਂ ਹਰ ਪਾਸੇ ਗਈ ਹਾਂ, ਲੇਕਿਨ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਮੈਨੂੰ। ਅੱਛਾ, ਪੁਲਿਸ ਨੇ ਜਦੋਂ ਤੁਸੀਂ 15 ਤੇ ਕਾਲ ਕੀਤੀ ਸੀ ਤੇ ਪੁਲਿਸ ਆਈ ਸੀ, ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਸੀ? ਪੁਲਿਸ ਨੇ ਇਹ ਕੀਤੀ, ਉਹਨਾਂ ਕਹਿੰਦੇ ਅਸੀਂ ਬੰਦੇ ਬਰਾਮਦ ਕਰਦੇ ਹਾਂ, ਲੇਕਿਨ ਕੋਈ ਬੰਦਾ ਨਹੀਂ ਚੁੱਕ ਕੇ ਲੈ ਜਾਂਦੇ ਬੰਦੇ, ਫਿਰ ਜਾ ਕੇ ਛੱਡ ਦਿੰਦੇ ਬੰਦੇ ਨੂੰ। ਮਕਸਦ ਜੋ ਭੈਣ ਭਰਾ ਕਾਬੂ ਕਰਾਉਂਦੇ ਸੀ, ਮੈਂ ਜਾ ਕੇ ਆਪਣੇ ਕੋਲ ਪੈਸੇ ਦੇ ਕੇ ਖੁਦ। ਅੱਛਾ, ਤੁਸੀਂ ਪੁਲਿਸ ਨੂੰ ਪੈਸੇ ਵੀ ਦਿੱਤੇ? ਹਾਂਜੀ, ਪੈਸੇ ਦੇ ਕੇ ਰੇਟ ਕਰਾਉਂਦੇ, ਰੇਟ ਜਾ ਕੇ ਫਿਰ ਜਾ ਕੇ ਛੱਡ ਦਿੰਦੇ। ਪੁਲਿਸ ਨੂੰ ਕਿੰਨੇ ਪੈਸੇ ਦਿੱਤੇ? 80,000 ਦਿੱਤਾ ਮੈंने। ਕਿਹਨੂੰ ਪੈਸੇ ਦਿੱਤੇ ਸੀ? ਕੀ ਨਾਮ ਸੀ ਪੁਲਿਸ? ਮਨੀਸ਼ ਸਿਧਾਰਥ ਮੁਨੀਰ ਸ਼ੁਜਾਤ। ਜੀ। ਅੱਛਾ, ਉਹਨੂੰ ਕਿੰਨੇ ਪੈਸੇ ਦਿੱਤੇ ਸੀ ਤੇ ਉਹਨੇ ਪੈਸੇ ਲੈ ਕੇ ਕੀ ਤੁਹਾਨੂੰ ਕਿਹਾ ਸੀ? ਉਹਨਾਂ ਕਹਿੰਦੇ ਬੱਚੀ ਮੈਂ ਲਿਆਉਂਦਾ, ਤੂੰ ਬੱਚੀ ਲੈ ਕੇ ਤੁਹਾਨੂੰ ਤੁਹਾਡੇ ਨਾਲ ਬਿਆਨ ਕਰਨਾ, ਤੁਹਾਨੂੰ ਬੱਚੀ ਤੈਨੂੰ ਦੇ ਦੇਣਾ। ਲੇਕਿਨ ਬੱਚੀ ਮੈਂ ਬਰਾਮਦ ਕਰਕੇ ਉਸ ਕੋਲ ਲੈ ਕੇ ਥਾਣੇ ਵਿੱਚ ਇੱਕ ਰਾਤ ਰੱਖੀ ਮੈਂ ਕੋਲ। ਸੁਬਹ ਦਿਨ ਚੜਾ 9 ਵਜੇ ਟਾਈਮ ਆਇਆ ਪਤੀਸੀ ਜਿਹੜਾ ਜੀ, ਤਾਂ ਉਸ ਮੈਂ ਬੱਚੀ ਮੇਰੇ ਕੋਲ ਲਗਾਇਆ ਵੀ ਬਾਜੀ ਮੈਂ ਤੂੰ ਸਾਈਡ ਤੋਂ ਮੈਂ ਗੱਲ ਕਰਨੀ ਆ। ਭਾਈ ਉਸ ਸੁਬਹ ਮੈਂ ਪੈਸੇ ਮੈਨੂੰ ਕਹਿੰਦਾ ਬਾਜੀ ਆਪਣੇ ਪੈਸੇ ਦਾ ਬੰਦੋਬਸਤ ਕਰ, ਮੈਨੂੰ ਫੀਸ ਜਾ ਆਪਣੀ। ਮੈਂ ਉਸ ਟਾਈਮ ਮੇਰੇ ਘਰ ਇੱਥੇ ਮੈਂ ਲੋਕਾਂ ਮੰਗ ਚੁੱਕ 5,000 ਕੀਤਾ ਹੈ, ਲੇਕਿਨ ਮੈਂ ਥਾਣੇ ਗਈ ਤਾਂ ਮੈਂ ਬੱਚੀ ਮੇਰੀ ਤੋਂ ਗਾਇਬ ਕਰ ਦਿੱਤੀ ਨਾ। ਅੱਛਾ, ਪੁਲਿਸ ਨੇ ਬੱਚੀ ਨੂੰ ਥਾਣੇ ਲੈ ਕੇ ਆਈ ਸੀ? ਹਾਂਜੀ, ਉਹਨਾਂ ਫਿਰ ਉਸ ਤੋਂ ਬਾਅਦ ਬੱਚੀ ਮੇਰੇ ਸਾਹਮਣੇ ਲਿਆਂਦੀ, ਅਦਾਲਤ ਵੀ ਉਹ ਆਪ ਹੀ ਲਿਖਿਆ, ਅਦਾਲਤ ਬਿਆਨ ਕਿ ਤੇਰਾ ਬੱਚੀ ਉਹ ਤੋਂ ਆਪ ਛੋੜੀ ਇਸਨੇ। ਅੱਛਾ, ਤੇ ਤੁਸੀਂ ਜਦੋਂ ਜਿਹਨੂੰ ਪੈਸੇ ਦਿੱਤੇ ਸੀ 80,000 ਰੁਪਏ, ਉਹਨੂੰ ਤੁਸੀਂ ਪੁੱਛਿਆ ਨਹੀਂ ਕਿ ਮੇਰੀ ਬੱਚੀ ਕਿੱਥੇ ਗਈ ਹੈ? ਉਹ ਅਜੇ ਤੱਕ ਮੇਰੇ ਸਾਹਮਣੇ ਨਹੀਂ ਆ ਰਿਹਾ, ਠਾਂਦਾ ਮੇਰੇ ਸਾਹਮਣੇ ਨਹੀਂ ਆਇਆ, ਤੁਸੀਂ ਉਹਨੂੰ ਰਾਬਤਾ ਨਹੀਂ ਕਰਦੇ, ਫੋਨ ਨਹੀਂ ਕਰਦੇ? ਫੋਨ ਚੁੱਕਦਾ ਨਹੀਂ ਮੇਰਾ। ਅੱਛਾ, ਤੁਹਾਡਾ ਫੋਨ ਨਹੀਂ ਚੁੱਕਦਾ? ਨਹੀਂ ਜੀ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਬੱਚੀ ਕਿੱਥੇ ਹੈਗੀ ਹੈ? ਤੁਹਾਨੂੰ ਜਦੋਂ ਦੀ ਗਈ ਹੈ ਮਿਲੀ ਨਹੀਂ ਹੈ ਵੀ? ਨਹੀਂ ਜੀ, ਬੱਚੀ ਡੇਢ ਮਹੀਨੇ ਦਾ ਮੈਨੂੰ ਨਾ ਕਦੇ ਫੋਨ ਕੀਤਾ ਬੱਚੀ ਮੇਰੇ ਨਾਲ, ਨਾ ਕਿਸੇ ਨੇ ਮੇਰੇ ਨਾਲ ਰਾਬਤਾ, ਕਿਸੇ ਨਾਲ ਕੋਈ ਰਾਬਤਾ। ਮੈਂ ਤਾਂ ਭਾਈ ਹਾਰ ਕੇ ਮੈਂ ਚੁੱਪ ਕੇ ਬਹਿ ਗਈ ਹਾਂ, ਟੱਕਰਾਂ ਮਾਰ ਮੈਂ ਬਹਿ ਗਈ, ਮੇਰਾ ਕੋਈ ਹੱਲ ਨਹੀਂ ਮੇਰਾ ਹੋ ਰਿਹਾ। ਕੋਈ ਗਰੀਬ ਦੀ ਕੌਣ ਸੁਣਦਾ? ਮੈਂ ਇੰਨੇ ਪੈਸੇ ਲਾ ਕੇ ਫਿਰ ਮੈਂ ਆਪਣਾ ਘਰ 'ਚ ਬੋ ਬਹਿ ਗਈ ਹਾਂ। ਮੈਂ ਕੀ ਕਰ ਸਕਦੀ, ਮੈਨੂੰ ਇਨਸਾਫ ਚਾਹੀਦਾ, ਇਨਸਾਫ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਉਹ ਤੁਸੀਂ ਕਿਹਾ ਕਿ ਜੀ ਬੱਚੀ ਮੇਰੀ ਨੂੰ ਜਿਸਮ ਫਰੋਸ਼ੀ ਗਲਤ ਕੰਮ ਕਰਨ ਵਾਸਤੇ ਉਹ ਲੈ ਕੇ ਗਏ ਨਾ, ਇਹ ਕੀ ਕਹਾਣੀ ਹੈਗੀ? ਉੱਥੇ ਮੈਂ ਗਈ, ਬੱਚੀ ਬਰਾਮਦ ਕੀਤੀ ਨਾ, ਮੁੰਡੇ ਦੀ ਭੈਣ ਦਾ ਘਰ ਸੀ ਉੱਥੇ। ਭਾਈ 2 ਦਿਨ ਕੰਮ ਹੋ ਰਿਹਾ ਉੱਥੇ ਚਰਚ ਵਿੱਚ ਜੀ, ਉੱਥੇ ਇਹ ਕਿਹੜੀ ਜਗ੍ਹਾ ਤੇ ਤੁਸੀਂ ਗਏ ਸੀ? ਆਰੇ ਬਾਜ਼ਾਰ। ਆਰੇ ਬਾਜ਼ਾਰ ਉੱਥੇ ਮੈਂ ਗਈ ਹਾਂ, ਮੈਂ ਆਪਣੀ ਧੀ ਦਾ ਹਾਲਾਤ ਵੇਖਣ, ਲੇਕਿਨ ਉਹ ਸਾਡੇ ਹਾਲਾਤ ਕੋਈ ਨਹੀਂ ਗਾ ਸੀ। ਉਹ ਹੈਗਾ ਗੈਰ ਇਲਾਕਾ, ਉਹ ਹੈਗਾ ਸਾਰਾ ਮੱਲਾ ਸਾਈਆਂ ਦਾ ਗਾ ਸੀ। ਅੱਛਾ। ਤੇ ਭਾਈ ਮੈਂ ਜੋ ਵੇਖਿਆ ਮੇਰੀ ਬੱਚੀ ਰੋ ਰਹੀ ਮੇਰੇ ਨਾਲ ਵੇਖ ਕੇ, ਲੇਕਿਨ ਉਹਨਾਂ ਨਾਲ ਗਲਤ ਕੰਮ ਹੋ ਰਿਹਾ, ਤੇ ਮੈਂ ਇਹੀ ਚਾਹੁੰਦੀ ਮੈਨੂੰ ਆਪਣੀ ਬੱਚੀ ਮੈਨੂੰ ਵਾਪਸ ਮਿਲ ਜਾਵੇ। ਯਾਨੀ ਕਿ ਤੁਹਾਡਾ ਕਹਿਣਾ ਹੈ ਕਿ ਉਹ ਜਿਹੜਾ ਮੁੰਡਾ ਇਰਫਾਨ ਹੈਗਾ ਤੁਹਾਡੀ ਬੇਟੀ ਨੂੰ ਜਿਹੜਾ ਲੈ ਕੇ ਗਿਆ, ਕਰਾ ਰਹੀ ਹੈ ਉਹਦੀ ਭੈਣ ਗਲਤ ਕੰਮ ਕਰਾ? ਹਾਂਜੀ, ਬੰਦੇ ਬੁਲਾ ਕੇ ਨਾ ਪੈਸੇ ਬੁਲਾ ਕੇ ਮਿਲਾ ਕੇ ਬੱਚਿਆਂ ਨੂੰ
ਅੰਦਰ ਵਾੜ ਕੇ ਪੈਸੇ ਲੈ ਕੇ ਬਾਹਰ ਕੱਢ ਦਿੰਦੀ। ਨਹੀਂ ਤੇ ਤੁਸੀਂ ਪੁਲਿਸ ਵਾਲੇ ਨੂੰ ਦੱਸਿਆ ਨਹੀਂ ਕਿ ਇਹ ਲੋਕ ਗਲਤ ਕੰਮ ਕਰਾਂਦੇ, ਮੇਰੀ ਬੇਟੀ ਫਲਾਣੀ ਜਗ੍ਹਾ ਤੇ ਹੈ, ਮੇਰੇ ਨਾਲ ਆਓ ਤੇ ਜਾ ਕੇ ਉਹਨਾਂ ਉਹ ਲਵੋ। ਕਹਿੰਦਾ ਤੁਸੀਂ ਝੂਠ ਬੋਲਦੇ ਪਏ ਨੇ, ਉੱਥੇ ਕੋਈ ਸਾਰਾ ਮਹੱਲਾ ਗਵਾਹੀ ਦੇ ਰਿਹਾ, ਲੇਕਿਨ ਉਹ ਕਿਸੇ ਦੀ ਨਹੀਂ ਮੰਨਦੇ ਪਏ ਨੇ, ਕਿਉਂ ਉਹਨਾਂ ਕੋਲ ਪੈਸੇ ਖਾ ਰਹੇ ਨਾ ਪੁਲਿਸ ਵਾਲੇ, ਸਾਡੀ ਕੋਈ ਨਹੀਂ ਸੁਣਦਾ ਪਿਆ ਭਾਈ। ਤੇ ਕਿਹੜੇ ਥਾਣੇ? ਸ਼ਾਦਰੇ ਦੇ ਵਿੱਚ ਦਰਜ ਕਰਵਾਇਆ ਪਰਚਾ? ਸ਼ਾਦਰੇ ਥਾਣੇ 'ਚ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ? ਹੁਣ ਭਾਈ ਇਹ ਚਾਹੁੰਦੀ ਮੇਰਾ ਇਨਸਾਫ ਮੈਨੂੰ ਮਿਲ ਜਾਏ, मैं ਹੋਰ ਕੀ ਚਾਹੁੰਦੀ हूँ। अजी बिल्कुल, गरीब आदमी सिर्फ आपके आगे हाथ जोड़कर इल्तिजा कर सकता है, लेकिन जो इंसाफ दिलाने वाले जो अदारे हैं, जो हमारी पुलिस है, वो इस जो मेहनत कश खातून है जिसका कमाने वाला कोई नहीं है, ये खुद अपने बच्चों का पेट पालती है। ये छोटा सा कमरा, इसमें किचन बाथ सब कुछ इसी कमरे में है। इस कमरे में ये खातून मेहनत करके अपनी ज़िंदगी गुजर बसर कर रही है, अपने बच्चों का पेट पाल रही है। इनकी बेटी को जिस्म फरोशी के लिए जिन लोगों ने, जो ये इलाके के जो मंशियात फरोश लोग हैं, उन्होंने उसको वर्गलाया या उसको ज़बरदस्ती उठाया घर से, वो लेके चले गए हैं। जब इन्होंने पुलिस से रब्ता किया तो पुलिस ने इनसे तकरीबन 80,000 रुपये लेकर भी उस बच्ची को बाज़याब करवा के इस माँ के हवाले नहीं किया। उल्टा पुलिस इन्हीं को धक्के मारती है। अच्छा मुझे बताएं कि तानू पुलिस थाने जाते तो की कहती है? उनका तो ये ਹੁਣ ਤਾਂ ਅੱਗੇ ਖਤਮ ਹੋ ਗਿਆ, ਤੇਰੇ ਬੱਚੇ ਨੇ ਬਿਆਨ ਦਿੱਤੇ ਤੁਸੀਂ ਜਾ ਸਕਦੇ, ਹੁਣ ਮੇਰੇ ਕੇਸ ਨਹੀਂ ਲੈ ਕੇ ਆਉਣਾ। ਅਸੀਂ ਕਿਹਾ ਭਾਈ ਤੂੰ ਮੇਰੇ ਕੋਲ ਪੈਸੇ ਦਿੱਤੇ, ਮੈਨੂੰ ਕੋਈ ਮੇਰੀ ਗੱਲ ਤਾਂ ਸਾਹਮਣੇ ਕਰਾ, ਕੋਈ ਗੱਲ होती है। उन्होंने कहा बाजी तू जा कर अपने, बस तेरे बच्चे ने बयान उधर हो गया तो बच्ची चली गई है। अजी पुलिस, ज़ाहिरी बात है कि पुलिस का इस ऐसे कामों में बड़ा अहम रोल होता है, और जब उन्हें दोनों तरफ से माल मिल जाता है, मुंह काला कर लेते हैं, तो फिर उसके बाद ऐसे जो गरीब लोग होते हैं ना, वो फिर हमारे साथ वो रब्ता करते हैं। वो हमारे साथ रब्ता करके वो हमें ये कहते हैं कि खुदारा हमारी आवाज़ बने, मुझे इंसाफ दिलाएं। इस गरीब खातून के पास किसी को कुछ रिश्वत देने के लिए कुछ नहीं है, ये सिर्फ आपसे इल्तिजा कर सकती है। मेरी कानून नाफिज करने वाले अदारों से दरख्वास्त है कि इस माँ की फरियाद को सुनकर उन जिन्होंने पैसे लिए हैं उनके ख़िलाफ़ फिलफौर कार्रवाई करें, और इनकी बच्ची जिन 2 नंबर लोगों के हाथों में गई है उनसे बाज़याब करवा कर इनके हवाले किया जाए। मुझे उम्मीद है कि इनको ज़रूर इंसाफ मिलेगा। इसी के साथ मुझे दीजिए इजाज़त, अल्लाह ने के बाद।